मैं क्या मांगूं, मैं क्या मांगूं, किश थिर ना रहाई। हर दीजै नाम प्यारी जियो, ज्ञान ध्यान किश कर्म न जाना। सार न जाना तेरी, सब ते वड्डा सतगुर नानक। जिन कल राखी मेरी, जिन कल राखी मेरी। सम्मानयोग गुरु की साजी हुई गुरु प्यारी संगत जी, गुरबाणी दी विचार नूं आरंभ करिए। उस तो प्रथम सिमर फतेह प्रवान करनी जी, प्यार सहित आखना करिए। वाहिगुरु जी का खालसा, वाहिगुरु जी की फतेह। अज दा जो पावन बचन है, साहिब श्री गुरु अर्जन देव जी उन्हां दी रसना तो गायन किया होया शब्द, जो कि राग सूही दे विच 749 अंग तो आरंभ हो के 750 अंग ते संपूर्ण हो जाता है। इस शब्द दे अंदर गुरु पातशाह जी ने जिहड़े रब दे प्यारे हन, जो ओहदे विच रत्ते गए ने, जो ओहदे विच लीन हो गए हन, जां जिन्हां दे उपर गुरु दी किरपा दा हथ है, उन्हां दा जिक्र कीता ते संतां नूं वाहिगुरु दा आसरा हुंदा केवल ते केवल। कोई होर उन्हां दे मन विच डर नहीं हुंदा उस अकाल तो बिना, जिहड़े उहदे नाम दे रंग विच रंगे जांदे ने स्वामी दे, उन्हां दा जन्म ते मरण दूर हुंदा। गुरु दी कीती हुई बख्शिश नूं कोई मेट नहीं सकदा। नाम धिया के ही सुख फल की प्राप्ति हुंदी आ। गुरु की शरण पै के ही गुरु दे नाम द्वारा 5 दुष्टां नूं साधिया जा सकता है। असीं वो लोग हाँ जिन्हां नूं कोई ज्ञान नहीं, जिहड़े कि सुरत टिकाउणी नहीं जाणदे, जिन्हां नूं चंगे कर्मां दी भी सोझी नहीं। असी उही हाँ जिन्हां ने गुरु की कदर नहीं जानी, पर फिर भी इन्ना कुछ होने के बावजूद भी वो मालिक ने आपां नूं गल दे नाल प्यार दे नाल रखिया होया है। ये गुरु साहब जी इस तरह दस रहे आ कि नाम न पुछी, किरदार पुछ औगुण रूप हाँ। शहर न पुछी, अपने घर अंदर नहीं हाँ, मन परदेसी है। इस करके जात न पुछी, खसम नूं विसार दिंदा हाँ, माया पिछे लग के। खसम विसारे ते कम जात, भाव वाहिगुरु नूं भुला दिना हाँ। मैं नीवी जाति वाला, नीच जाति वाला बंदा हाँ, भैड़ी जाति वाला बंदा हाँ। नाम तो बिना वाले जिहड़े लोग हन, नानक नावे बाज सनात, वो भैड़ी मत वाले बंदे आ, वो नीच बंदे आ। किरत न पुछना अकृत घन हाँ,
ਭੁੱਲ ਜਾਂਦਾ ਹਾਂ ਉਹਦੀ ਦਿੱਤੇ ਹੋਏ ਸਬਕ ਨੂੰ, ਦਾਤਾਂ ਨੂੰ, ਉਹਦੇ ਗੁਣਾਂ ਨੂੰ। ਪੁੱਛਣਾ ਹੈ ਤਾਂ ਉਸ ਬਾਰੇ ਪੁੱਛੋ ਜਿਸ ਨੇ ਇਤਨਾ ਕੁਝ ਹੋਣ ਦੇ ਬਾਵਜੂਦ ਵੀ ਗਲ ਦੇ ਨਾਲ ਲਾ ਕੇ ਰੱਖਿਆ ਹੋਇਆ ਹੈ। ਸੂਹੀ ਮਹੱਲਾ ਪੰਜਵਾ। ਰਾਗ ਹੈ ਸੂਹੀ। ਮਹੱਲਾ ਪੰਜਵਾਂ ਤੋਂ ਭਾਵ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਸ਼ਬਦ ਹੈ। ਜਿਸਕੇ ਸਿਰ ਉੱਪਰ ਤੂੰ ਸੁਆਮੀ, ਸੋ ਦੁੱਖ ਕੈਸਾ ਪਾਵੇ। ਬੋਲ ਨਾ ਜਾਣੇ ਮਾਇਆ ਮਦ ਮਾਤਾ, ਮਰਨਾ ਚੀਤ ਨਾ ਆਵੇ। ਜਿਸ ਦੇ ਸਿਰ ਦੇ ਉੱਪਰ ਵਾਹਿਗੁਰੂ ਪਰਮੇਸ਼ਰ ਜੀ ਤੁਹਾਡਾ ਹੱਥ ਹੋਵੇ, ਉਹਨੂੰ ਫਿਰ ਕਿਸ ਤਰ੍ਹਾਂ ਦੁਨੀਆ ਦਾ ਕੋਈ ਦੁੱਖ ਲੱਗ ਸਕਦਾ ਹੈ। ਜਿਸ ਦੇ ਉੱਪਰ ਤੁਹਾਡੀ ਕਿਰਪਾ ਹੋ ਜੇ, ਉਹ ਕਿਵੇਂ ਫਿਰ ਵੱਡੀ ਤੋਂ ਵੱਡੀ ਮੁਸ਼ਕਲ ਅੱਗੇ ਘਬਰਾ ਸਕਦਾ। ਜਿਸ ਦੇ ਉੱਪਰ ਸੁਆਮੀ ਜੀ ਤੁਹਾਡੀ ਮਿਹਰ ਹੋ ਜੇ, ਉਹ ਇਨਸਾਨ ਤਾਂ ਫਿਰ ਪਹਾੜਾਂ ਦਾ ਭਾਵੇਂ ਪਹਾੜ ਜਿੱਡਾ ਦੁੱਖ ਆ ਜਾਵੇ, ਦੁੱਖਾਂ ਦਾ ਪਹਾੜ ਉਹਦੇ ਸਿਰ ਦੇ ਉੱਪਰ ਟੁੱਟ ਪਵੇ, ਪਰ ਫਿਰ ਵੀ ਉਹਨੂੰ ਦੁੱਖ ਨਹੀਂ ਲੱਗੇਗਾ। ਉਹ ਹਾਰ ਨਹੀਂ ਮੰਨੇਗਾ ਜ਼ਿੰਦਗੀ 'ਚ। ਜਿਹਦੇ ਉੱਪਰ ਤੁਹਾਡੀ ਕਿਰਪਾ ਹੋ ਜੇ, ਜਿਸ ਕੇ ਸਿਰ ਉੱਪਰ ਤੂੰ ਸੁਆਮੀ, ਸੋ ਦੁੱਖ ਕੈਸਾ ਪਾਵੇ। ਉਹ ਜ਼ਿੰਦਗੀ ਦੇ ਵਿੱਚ ਕਦੇ ਵੀ ਹਾਰ ਨਹੀਂ ਮੰਨਦਾ। ਜ਼ਿੰਦਗੀ ਵਿੱਚ ਸਦਾ ਹੀ ਉਹਦੀ ਚੜ੍ਹਦੀ ਕਲਾ ਹੁੰਦੀ ਆ। ਜਿਹਦੇ ਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੋ ਜਾਂਦੀ ਹੈ। ਬੋਲ ਨਾ ਜਾਣੇ ਮਾਇਆ ਮਦ ਮਾਤਾ, ਮਰਨਾ ਚੀਤ ਨਾ ਆਵੇ। ਇਹੋ ਜਿਹਾ ਬੰਦਾ ਹੁਣ ਕਦੇ ਵੀ ਮਾਇਆ ਵਿੱਚ ਮਸਤ ਹੋ ਕੇ ਕੋਈ ਬੋਲ ਨਹੀਂ ਬੋਲਦਾ, ਜ਼ੁਬਾਨ ਤੋਂ, ਰਸਨਾ ਤੋਂ, ਤੇ ਉਹਨੂੰ ਮੌਤ ਦਾ ਕੋਈ ਡਰ ਵੀ ਨਹੀਂ ਹੁੰਦਾ। ਮੌਤ ਜਿਹੜੀ ਆ, ਜਿਸ ਨੇ ਸਭ ਨੂੰ ਹੀ ਇੱਕ ਦਿਨ ਖਤਮ ਕਰ ਦੇਣਾ, ਚਬਾ ਜਾਣਾ ਹੈ, ਉਹਨੂੰ ਮੌਤ ਦਾ ਕੋਈ ਡਰ ਨਹੀਂ ਹੁੰਦਾ, ਕਿਉਂਕਿ ਉਹ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਉਹਦੀ ਸੁਰਤ ਜੁੜੀ ਹੋਣ ਕਰਕੇ ਉਹ ਕਦੇ ਵੀ ਇਹ ਗੱਲਾਂ ਇਹਨਾਂ ਦੇ ਵਿੱਚ ਖੁਆਰ ਨਹੀਂ ਹੁੰਦਾ। ਮਾਇਆ ਦੇ ਹੰਕਾਰ 'ਚ ਆ ਕੇ ਮਸਤ ਹੋ ਕੇ ਕੋਈ ਬੋਲ ਨਹੀਂ ਬੋਲਦਾ। ਤਾਂ ਗੁਰੂ ਅਰਜਨ ਦੇਵ ਜੀ ਕਹਿ ਰਹੇ ਨੇ ਕਿ ਮੇਰੇ RAM ਰਾਏ ਤੂੰ ਸੰਤਾਂ ਕਾ ਸੰਤ ਤੇਰੇ। ਹੇ ਮੇਰੇ ਵਾਹਿਗੁਰੂ ਪਰਮੇਸ਼ਰ ਜੀ, ਤੂੰ ਸੰਤਾਂ ਦਾ ਹੈ ਤੇ ਸੰਤ ਤੇਰੇ ਨੇ। ਇਹਦੇ ਅਰਥ ਕੀ ਨੇ ਕਿ ਜਿਹੜੇ ਰੱਬ ਦੇ ਪਿਆਰੇ ਹਨ ਉਹ ਤੇਰੇ ਹੀ ਆਸਰੇ ਰਹਿੰਦੇ। ਤੂੰ ਸੰਤਾਂ ਕਾ, ਤੇ ਤੁਸੀਂ ਵੀ ਉਹਨਾਂ ਦੇ ਸਹਾਇਕ ਬਣਦੇ ਹੋ। ਤੁਸੀਂ ਸੰਤਾਂ ਦੇ ਮਦਦਗਾਰ ਬਣਦੇ ਹੋ। ਸੰਤ ਤੁਹਾਡੇ ਆਸਰੇ ਰਹਿੰਦੇ ਆ। ਤੂੰ ਸੰਤਾਂ ਕਾ ਸੰਤ ਤੇਰੇ। ਹੇ ਵਾਹਿਗੁਰੂ ਪਰਮੇਸ਼ਰ, ਕੋਈ ਵੀ ਮੁਸ਼ਕਲ ਆਉਣ ਤੇ ਸੰਤ ਜਿਹੜੇ ਨੇ, ਸਾਧੂ ਸੁਭਾਅ ਵਾਲੇ, ਉਹ ਤੈਨੂੰ ਹੀ ਯਾਦ ਕਰਦੇ ਆ, ਕਿਸੇ ਹੋਰ ਨੂੰ ਨਹੀਂ ਕਰਦੇ। ਤੇ ਤੁਸੀਂ ਵੀ ਹਮੇਸ਼ਾ ਉਹਨਾਂ ਦੀ ਮਦਦ ਕਰਦੇ ਹੋ। ਸੰਤ ਪ੍ਰਹਿਲਾਦ ਕੀ ਪੈਜ ਰਖਾਈ। ਜਦੋਂ ਭਗਤ ਪ੍ਰਹਿਲਾਦ ਜੀ ਜਿਹੜੇ ਹਨ, ਉਹਨਾਂ ਨੂੰ ਵਿਪਤਾ ਪੈਂਦੀ ਆ, ਉਦੋਂ ਆ ਕੇ ਤੁਸੀਂ ਨਰਸਿੰਘ ਰੂਪ ਅਵਤਾਰ ਧਾਰਦੇ ਹੋ। ਜਦੋਂ ਭਗਤ ਨਾਮਦੇਵ ਜੀ ਤੇ ਵਿਪਤਾ ਪੈਂਦੀ ਆ, ਬ੍ਰਾਹਮਣ ਉਹਨਾਂ ਨੂੰ ਧੱਕੇ ਮਾਰ ਕੇ ਮੰਦਿਰ ਚੋਂ ਕੱਢਦੇ ਆ, ਉਦੋਂ ਵੀ ਤੁਸੀਂ ਆ ਕੇ ਮੰਦਿਰ ਦਾ ਮੂੰਹ ਘੁਮਾ ਕੇ ਉਹਨਾਂ ਵੱਲ ਮੁੱਖ ਕਰਦੇ ਹੋ। ਹੰਕਾਰੀਆਂ ਨਿੰਦਕਾਂ ਪਿੱਠ ਦੇ, ਹੰਕਾਰੇ ਹੋਏ ਬ੍ਰਾਹਮਣਾਂ ਨੂੰ ਪਿੱਠ ਦੇ ਕੇ ਨਾਮ ਦਿਓ ਮੁਖ ਲਾਇਆ। ਨਾਮਦੇਵ ਜੀ ਵਰਗੇ ਭਗਤ ਨੂੰ ਗਲਵੱਕੜੀ ਵਿੱਚ ਲੈਂਦੇ ਹੋ। ਇਸ ਤਰ੍ਹਾਂ ਹੀ ਜਦੋਂ ਕੋਈ ਭਗਤ ਧੰਨਾ ਜੀ ਨੂੰ ਠੱਗਣਾ ਚਾਹੁੰਦਾ ਹੈ, ਕੋਈ ਬ੍ਰਾਹਮਣ ਝੂਠੀਆਂ ਗੱਲਾਂ 'ਚ ਫਸਾ ਕੇ, ਤੁਸੀਂ ਫਿਰ ਉਹਦੇ ਮਦਦਗਾਰ ਬਣਦੇ ਹੋ, ਉਹਨੂੰ ਖੁਦ ਆ ਕੇ ਦਰਸ਼ਨ ਦਿੰਦੇ ਹੋ ਤੇ ਜੀਵਨ ਦੀ ਸੋਝੀ ਬਖਸ਼ਦੇ ਹੋ।
मेरे राम राय तू संतां का संत तेरे। ਇਹ ਭਗਤ ਤੇਰੇ ਹੀ ਸਹਾਰੇ ਰਹਿੰਦੇ ਆ ਤੇ ਤੁਸੀਂ ਭਗਤਾਂ ਦੇ ਆਸਰੇ ਬਣੇ ਰਹਿੰਦੇ ਹੋ, ਮਦਦਗਾਰ ਬਣੇ ਰਹਿੰਦੇ ਹੋ। ਤੇਰੇ ਸੇਵਕ ਕੋ ਭਉ ਕਿਛ ਨਾਹੀ, ਜਮ ਨਹੀਂ ਆਵੇ ਨੇਰੇ। ਗੁਰੂ ਦੇ ਸਿੱਖ ਦੀ ਪਛਾਣ ਕੀ ਆ? ਉਹਨੂੰ ਕਿਸੇ ਦਾ ਵੀ ਭਉ ਨਹੀਂ ਹੁੰਦਾ। ਤੇਰੇ ਸੇਵਕ ਕੋ ਭਉ ਕਿਛ ਨਾਹੀ। ਸਿੱਖ ਦੀ ਜਿਹੜੀ ਪਛਾਣ ਆ ਉਹ ਇਹੀ ਆ ਕਿ ਨਾ ਤਾਂ ਉਹ ਕਿਸੇ ਤੋਂ ਡਰਦਾ ਹੈ, ਵਾਹਿਗੁਰੂ ਤੋਂ ਬਿਨਾਂ, ਆਪਣੇ ਗੁਰੂ ਤੋਂ ਬਿਨਾਂ, ਨਾ ਹੀ ਕਿਸੇ ਨੂੰ ਡਰਾਉਂਦਾ ਧਮਕਾਉਂਦਾ ਹੈ। ਨਾ ਕਿਸੇ ਤੋਂ ਡਰਨਾ, ਨਾ ਕਿਸੇ ਤੋਂ ਡਰਾਉਣਾ, ਨਾ ਕਿਸੇ ਨੂੰ ਡਰਾਉਣਾ, ਇਹ ਇੱਕ ਸਿੱਖ ਦੇ ਲੱਛਣਾਂ ਦੇ ਵਿੱਚੋਂ ਅਹਿਮ ਵੱਡਾ ਗੁਣ ਹੈ। ਤੇਰੇ ਸੇਵਕ ਕੋ ਭਉ ਕਿਛ ਨਾਹੀ, ਜਮ ਨਹੀਂ ਆਵੇ ਨੇਰੇ। ਤਾਂ ਉਹਨੂੰ ਕੋਈ ਵੀ ਡਰ ਨਹੀਂ ਹੈਗਾ, ਚਾਹੇ ਉਹ ਮੌਤ ਆ, ਚਾਹੇ ਉਹ ਕੋਈ ਦੂਜਾ ਬੰਦਾ ਹੈ। ਇਸ ਕਰਕੇ ਉਹਨੂੰ ਡਰ ਆ ਤੇ ਸਿਰਫ ਅਕਾਲ ਦਾ, ਆਪਣੇ ਵਾਹਿਗੁਰੂ ਪਰਮੇਸ਼ਰ ਦਾ। ਤਾਂ ਇਹੋ ਜਿਹੇ ਗੁਰਸਿੱਖ ਦੇ ਨੇੜੇ ਕਿਵੇਂ ਕੋਈ ਵਿਕਾਰ ਆ ਸਕਦਾ? ਤਾਂ ਇਸ ਤਰ੍ਹਾਂ ਜਿਹੜੇ ਵਿਦਵਾਨ ਹਨ ਉਹ ਇਹ ਕਹਿੰਦੇ ਨੇ ਕਿ ਇਨਸਾਨ ਜਿਹੜਾ ਹੈ ਉਹ ਆਦਤਾਂ ਨੂੰ ਚੁਣਦਾ ਹੈ। ਆਦਤਾਂ ਹੀ ਅੱਗੇ ਜਾ ਕੇ ਇਨਸਾਨ ਦੇ ਸੁਭਾਅ ਨੂੰ ਚੁਣਦੀਆਂ ਨੇ। ਸੁਭਾਅ ਹੀ ਅੱਗੇ ਜਾ ਕੇ ਦੁੱਖ ਤੇ ਸੁੱਖ ਨੂੰ ਚੁਣਦਾ। ਤਾਂ ਇਹਨਾਂ ਕੋਲੇ ਆਦਤ ਨਹੀਂ ਹੁੰਦੀ, ਮਾੜੀ ਆਦਤ, ਕਿ ਇਹ ਦੂਜੇ ਨੂੰ ਡਰਾਉਂਦੇ ਨੇ ਜਾਂ ਦੂਜਿਆਂ ਤੋਂ ਡਰਦੇ ਨੇ। ਇਨਸਾਨ ਆਦਤਾਂ ਚੁਣਦਾ ਹੈ, ਆਦਤਾਂ ਦੀ ਚੋਣ ਕਰਦਾ। ਫਿਰ ਆਦਤਾਂ ਜਿਹੜੀਆਂ ਨੇ ਉਹੀ ਅੱਗੇ ਜਾ ਕੇ ਏਡਾ ਵੱਡਾ ਰੂਪ ਦੁੱਖ ਤੇ ਸੁੱਖ ਦਾ ਧਾਰਨ ਕਰਦੀਆਂ। ਆਦਤਾਂ ਹੀ ਇਨਸਾਨ ਨੇ, ਇਨਸਾਨ ਹੀ ਆਦਤਾਂ ਹੈ। ਤਾਂ ਉਹ ਗੁਰਸਿੱਖ ਨੂੰ ਇਹ ਆਦਤ ਨਹੀਂ ਹੁੰਦੀ ਕਿਸੇ ਨੂੰ ਡਰਾਉਣਾ ਜਾਂ ਕਿਸੇ ਤੋਂ ਡਰਨਾ। ਜੋ ਤੇਰੇ ਰੰਗ ਰਾਤੇ ਸੁਆਮੀ, ਤਿਨਕਾ ਜਨਮ ਮਰਨ ਦੁਖ ਨਾਸਾ। ਰਹਾਓ ਤੋਂ ਬਾਅਦ, ਠਹਿਰਾਓ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਕਹਿੰਦੇ ਆ, ਜਿਹੜੇ ਤੇਰੇ ਨਾਮ ਦੇ ਰੰਗ ਵਿੱਚ ਰੱਤੇ ਗਏ ਆ ਸੁਆਮੀ ਜੀ, ਉਹਨਾਂ ਦਾ ਹੀ ਜਨਮ ਤੇ ਮਰਨ ਕੱਟਿਆ ਗਿਆ। ਹਰੇਕ ਦਾ ਨਹੀਂ, ਹਰ ਇੱਕ ਦੇ ਹਿੱਸੇ ਗੱਲ ਨਹੀਂ ਆਈ। ਤੇਰੀ ਬਖਸ਼ ਨਾ ਮਿਟੈ ਕੋਈ, ਸਤਿਗੁਰ ਕਾ ਦਿਲਾਸਾ। ਏ ਵਾਹਿਗੁਰੂ ਪਰਮੇਸ਼ਰ, ਤੇਰੀਆਂ ਦਿੱਤੀਆਂ ਬਖਸ਼ਿਸ਼ਾਂ ਨੂੰ ਕੌਣ ਮੇਟ ਸਕਦਾ? ਕੌਣ ਆ ਜਿਹੜਾ ਮਿਟਾ ਸਕਦਾ ਹੈ? ਜਿਹਦੇ ਤੇ ਤੇਰੀ ਕਿਰਪਾ ਹੋਈ, ਕੌਣ ਆ ਵੀ ਜਿਹੜਾ ਉਸ ਬੰਦੇ ਤੋਂ, ਉਸ ਸਿੱਖ ਤੋਂ ਇਹ ਦਾਤ ਖੋਲੇਗਾ? ਸਤਿਗੁਰ ਕਾ ਦਿਲਾਸਾ। ਸਤਿਗੁਰੂ ਜੀ ਆਪ ਜੀ ਦਾ ਦਿਲਾਸਾ, ਆਪ ਜੀ ਦਾ ਆਸਰਾ ਜਿਸ ਗੁਰਸਿੱਖ ਨੇ ਫੜ ਲਿਆ ਪੱਲਾ, ਤੇ ਫਿਰ ਉਹਨੂੰ ਕੋਈ ਛਡਾ ਨਹੀਂ ਸਕਦਾ। ਜੀ ਤੇ ਤੁਹਾਡੀ ਮਿਹਰ ਹੋ ਗਈ ਆ। ਨਾਮ ਧਿਆਨ, ਨਾਮ ਨੂੰ ਧਿਆ ਕੇ ਹੀ ਸੁੱਖ ਫਲ ਪਾਏਨ। ਅਸਲੀ ਸੁੱਖ ਦੀ ਪ੍ਰਾਪਤੀ ਹੁੰਦੀ ਆ। ਆਠ ਪਹਿਰ ਆਰਾਧੇ, ਅੱਠੇ ਪਹਿਰ ਜਿਹੜੇ ਤੈਨੂੰ ਯਾਦ ਰੱਖਦੇ ਆ, ਜਿਹੜੇ ਨਾਮ ਨੂੰ ਧਿਆਉਂਦੇ ਆ, ਉਹਨਾਂ ਨੇ ਹੀ ਇਹ ਸੁੱਖਾਂ ਵਾਲਾ ਫਲ ਪਾਇਆ ਹੈ। ਤੇਰੀ ਸਰਣ ਤੇਰਾ ਪਰਵਾਸੈ, ਪੰਚ ਦੁਸ਼ਟ ਲੈ ਸਾਧੇ। ਤੇਰੀ ਸ਼ਰਨ ਆ ਕੇ ਤੇਰੇ ਆਸਰੇ ਰਾਹੀਂ ਪੰਜ ਦੁਸ਼ਟ ਲੈ ਸਾਧੇ। ਪੰਜਾਂ ਦੁਸ਼ਟਾਂ ਨੂੰ ਗੁਰਸਿੱਖ ਨੇ ਸਾਧ ਲਿਆ, ਉਹਨਾਂ ਨੂੰ ਮਾਰ ਦਿੱਤਾ ਤੇ ਉਹਨਾਂ ਦਾ ਰੂਪ ਹੁਣ ਬਦਲ ਗਿਆ। ਇਸ ਦੇਹੀ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰਾ ਪੰਜ ਚੋਰ ਵਸੇ। ਇਸ ਦੇਹੀ ਅੰਦਰ ਪੰਜ ਚੋਰ ਵਸੇ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰਾ। ਅੰਮ੍ਰਿਤ ਲੂਟੇ ਮਨਮੁਖ ਨਹੀਂ ਬੂਝੇ, ਸ਼ਬਦ ਨ ਕਰੇ ਵਿਚਾਰਾ। ਤਾਂ ਉਹਨੂੰ ਤਾਂ ਪਤਾ ਹੀ ਨਹੀਂ, ਜਿਹੜਾ ਆਮ ਬੰਦਾ ਹੈ ਕੋਈ, ਕਿ ਇਹ ਇੱਦਾਂ ਦੀਆਂ ਗੱਲਾਂ ਮੇਰੇ ਅੰਦਰ ਨੇ। ਤਾਂ ਗੁਰਸਿੱਖ ਨੂੰ ਪਹਿਲਾਂ ਪਛਾਣ ਆਉਂਦੀ ਇਹਨਾਂ ਦੀ ਕਿ ਪੰਜ ਚੋਰ ਆ, ਦੁਸ਼ਟ ਆ। ਫਿਰ ਉਹ ਇਹਨਾਂ ਨੂੰ ਗੁਰੂ ਦੀ ਸ਼ਰਨ ਪੈ ਕੇ ਸਾਧ ਲੈਂਦਾ। ਜਿਸ ਤਰ੍ਹਾਂ ਕਿ ਕਿਹਾ ਜਾਂਦਾ ਕਿ ਜੇਕਰ ਤੁਸੀਂ ਕ੍ਰੋਧ ਕਰਦੇ ਹੋ
ਗੁੱਸਾ ਕਰਦੇ ਹੋ ਤਾਂ ਕੁਝ ਚੀਜ਼ਾਂ ਜਿਹੜੀਆਂ ਨੇ ਤੁਹਾਨੂੰ ਮਿਲ ਸਕਦੀਆਂ। ਤੁਸੀਂ ਕਿਸੇ ਤੇ ਗੁੱਸਾ ਕਰਕੇ, ਕ੍ਰੋਧ ਕਰਕੇ ਉਹਦੀ ਕੋਈ ਵਸਤੂ ਖੋਹ ਸਕਦੇ ਹੋ। ਕਿਸੇ ਨੂੰ ਧਮਕਾ ਕੇ ਉਹਦੀ ਜ਼ਮੀਨ ਦਾ ਇੱਕ ਟੁਕੜਾ ਖੋਹ ਸਕਦੇ ਹੋ। ਤਾਂ ਕ੍ਰੋਧ ਉਹ ਜ਼ਹਿਰ ਹੈ ਇੱਕ ਤਰ੍ਹਾਂ ਦਾ, ਜਿਹਨੂੰ ਲਗਭਗ ਸਾਰੇ ਲੋਕ ਪੀ ਰਹੇ ਆ। ਜੇ ਤੁਸੀਂ ਕ੍ਰੋਧ ਕਰਦੇ ਹੋ ਤਾਂ ਕੁਝ ਕੁ ਚੀਜ਼ਾਂ ਹੀ ਤੁਹਾਡੇ ਹਿੱਸੇ ਆਉਂਦੀਆਂ ਨੇ, ਪਰ ਜਦੋਂ ਤੁਸੀਂ ਕ੍ਰੋਧ ਨਹੀਂ ਕਰਦੇ, ਗੁੱਸਾ ਛੱਡ ਦਿੰਦੇ ਹੋ, ਤਾਂ ਸਭ ਕੁਝ ਹੀ ਤੁਹਾਡਾ ਆਪੇ ਹੋ ਜਾਂਦਾ ਹੈ। ਸਾਰਾ ਬ੍ਰਹਿਮੰਡ ਤੁਹਾਡਾ ਹੋ ਜਾਂਦਾ। ਇਸ ਤੇਰੀ ਸਰਣ ਤੇਰੇ ਪ੍ਰਵਾਸੈ ਪੰਚ ਦੁਸ਼ਟ ਲੈ ਸਾਧੇ। ਆਪਣੇ ਕ੍ਰੋਧ ਦੇ ਦੁਆਰਾ ਹੀ ਅਸੀਂ ਦੂਜਿਆਂ ਨੂੰ ਦਬਾਉਂਦੇ ਹਾਂ। ਕ੍ਰੋਧ ਦੇ ਅਰਥ ਕੀ ਆ ਵੀ ਕੋਈ ਬੰਦਾ ਜਿਸ ਤੋਂ ਮੈਂ ਜੋ ਕੁਝ ਚਾਹਿਆ ਸੀ ਉਹਨੇ ਉਹ ਨਹੀਂ ਕੀਤਾ ਤੇ ਮੇਰੇ ਲਾਲਚ ਦੀ ਪੂਰਤੀ ਨਹੀਂ ਕੀਤੀ, ਮੈਨੂੰ ਉਹਦੇ ਤੇ ਕ੍ਰੋਧ ਆ ਰਿਹਾ। ਕਿਸੇ ਨੇ ਮੇਰੀ ਕਾਮਨਾ ਦੀ ਪੂਰਤੀ ਨਹੀਂ ਕੀਤੀ, ਕ੍ਰੋਧ ਆ ਰਿਹਾ। ਇਸ ਤਰ੍ਹਾਂ ਇਹ ਸਾਰੀਆਂ ਚੀਜ਼ਾਂ ਇੱਕ ਦੂਜੇ ਨਾਲ ਅਟੈਚ ਜੁੜੀਆਂ ਹੋਈਆਂ ਨੇ। ਕਿਸੇ ਨੇ ਮੇਰੇ ਹੰਕਾਰ ਦੀ ਪੂਰਤੀ ਨਹੀਂ ਕੀਤੀ, ਕਹਿਣਾ ਨਹੀਂ ਮੰਨਿਆ, ਮੈਨੂੰ ਕ੍ਰੋਧ ਆ ਰਿਹਾ। ਤਾਂ ਕ੍ਰੋਧ ਕਰਨ ਦੇ ਨਾਲ ਕੁਝ ਚੀਜ਼ਾਂ ਹੀ ਆ ਜਿਹੜੀਆਂ ਤੁਹਾਡੇ ਹਿੱਸੇ ਆਉਂਦੀਆਂ, ਥੋੜ੍ਹੀਆਂ ਕੁ, ਪਰ ਜਦੋਂ ਤੁਸੀਂ ਕ੍ਰੋਧ ਕਰਨਾ ਛੱਡਦੇ ਹੋ ਉਦੋਂ ਲਗਭਗ ਸਾਰਾ ਬ੍ਰਹਿਮੰਡ ਹੀ ਤੁਹਾਡਾ ਹੋ ਜਾਂਦਾ ਹੈ। ਨਾਮ ਧਿਆਨ ਸੁਖ ਫਲ ਪਾਇਨ, ਆਠ ਪਹਿਰਿਆ ਰਾਧੇ। ਤੇਰੀ ਸਰਣ ਤੇਰੇ ਪ੍ਰਵਾਸੈ ਪੰਚ ਦੁਸ਼ਟ ਲੈ ਸਾਧੇ। ਤਾਂ ਹੁਣ ਉਹ ਗੁਰਸਿੱਖ ਦੀ ਇੱਥੇ ਪਛਾਣ ਆ ਕਿ ਉਹਨੇ ਗੁੱਸਾ ਛੱਡਤਾ ਵਾ, ਕ੍ਰੋਧ ਉਹ ਛੱਡ ਚੁੱਕਾ ਹੈ। ਹੁਣ ਕ੍ਰੋਧ ਕੀ ਬਣ ਗਿਆ? ਵੀਰ ਰਸ ਬਣ ਗਿਆ। ਮੋਹ ਨੇ ਛੱਡ ਦਿੱਤਾ, ਉਹ ਪਿਆਰ ਬਣ ਗਿਆ। ਹੰਕਾਰ ਉਹਨੇ ਛੱਡਤਾ, ਉਹ ਨਿਮਰਤਾ ਬਣ ਗਈ ਹੈ। ਇਸ ਕਰਕੇ ਲੋਭ ਉਹਨੇ ਛੱਡਤਾ, ਉਹ ਸੰਤੋਖ ਬਣ ਗਿਆ। ਕਾਮ ਉਹਨੇ ਛੱਡਤਾ, ਹੁਣ ਉਹ ਮੁਹੱਬਤ ਬਣ ਗਈ, ਉਹ ਸਾਰਿਆਂ ਪ੍ਰਤੀ ਹੈ। ਇਸ ਕਰਕੇ ਸਭ ਦੇ ਨਾਲ ਹੀ ਪਿਆਰ ਹੋ ਜਾਣਾ, ਇਹਨੂੰ ਹੀ ਰੱਬ ਦਾ ਮਿਲਣਾ ਕਹਿੰਦੇ ਆ। ਗੁਰੂ ਅਰਜਨ ਦੇਵ ਜੀ ਨੂੰ ਸਭ ਦੇ ਨਾਲ ਪਿਆਰ ਆ। ਜਿਨ੍ਹਾਂ ਨੇ ਤੱਤੀ ਤਵੀ ਤੇ ਬਿਠਾਇਆ ਉਹਨਾਂ ਨੂੰ ਵੀ ਉਹ ਮਿੱਤਰ ਕਹਿੰਦੇ ਆ। ਅਸਲ ਦੇ ਵਿੱਚ ਸਭ ਦੇ ਨਾਲ ਪਿਆਰ ਹੋ ਜਾਣ ਨੂੰ ਹੀ ਰੱਬ ਦਾ ਮਿਲਣਾ ਕਹਿੰਦੇ ਆ। ਸਭ ਦੇ ਵਿੱਚ ਹੀ, ਸਭ ਦੇ ਅੰਦਰ ਹੀ ਰੱਬ ਦਾ ਮਹਿਸੂਸ ਹੋਣਾ, ਉਹਦੀ ਹੋਂਦ ਦਾ, ਇਹਨੂੰ ਬ੍ਰਹਮ ਅਵਸਥਾ ਕਹਿੰਦੇ ਆ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਅਖੀਰਲੀਆਂ ਪੰਕਤੀਆਂ ਹੁਕਮਨਾਮਾ ਸਾਹਿਬ ਦੀਆਂ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਹੇ ਵਾਹਿਗੁਰੂ, ਮੈਨੂੰ ਕੋਈ ਗਿਆਨ ਨਹੀਂ, ਕੋਈ ਆਤਮਿਕ ਸੂਝ ਨਹੀਂ ਹੈਗੀ। ਧਿਆਨ, ਮੇਰਾ ਧਿਆਨ ਵੀ ਨਹੀਂ ਲੱਗਦਾ, ਸੁਰਤ ਵੀ ਨਹੀਂ ਟਿਕਦੀ, ਸੁਰਤ ਵੀ ਨਹੀਂ ਟਿਕਦੀ। ਗਿਆਨ ਵੀ ਮੈਨੂੰ ਕੋਈ ਨਹੀਂ, ਧਿਆਨ, ਇਹ ਬਹੁਤ ਸੋਹਣੀ ਪੰਕਤੀ ਹੈ, ਖੂਬਸੂਰਤ। ਧਿਆਨ, ਮੇਰਾ ਧਿਆਨ ਵੀ ਨਹੀਂ ਲੱਗਦਾ। ਕਿਛ ਕਰਮ ਨਾ ਜਾਣਾ, ਕਿਛ ਕਰਮ ਨਾ ਜਾਣਾ। ਚੰਗੇ ਕਰਮ ਕਿਹੜੇ ਆ ਮੈਨੂੰ ਇਹਦੀ ਵੀ ਪਛਾਣ ਨਹੀਂ। ਮੈਨੂੰ ਹਜੇ ਤੱਕ ਇਹੀ ਨਹੀਂ ਪਤਾ ਲੱਗਾ ਕਿ ਕ੍ਰੋਧ ਕਰਨਾ ਮਾੜਾ ਕਰਮ ਆ। ਮੈਨੂੰ ਪਛਾਣ ਨਹੀਂ, ਤਾਂ ਹੀ ਮੈਂ ਕਰਦਾ। ਪਛਾਣ ਮੈਨੂੰ ਇਹਦੀ ਹੈ ਨਹੀਂ ਗੀ, ਚਾਨਣ ਨਹੀਂ ਹਜੇ ਹੋਇਆ। ਸਾਰ ਨਾ ਜਾਣਾ ਤੇਰੀ। ਚੌਥੀ ਗੱਲ ਉਹਨਾਂ ਆਖ ਦਿੱਤੀ ਆ ਕਿ ਮੈਂ ਤੇਰੀ ਕਦਰ ਨਹੀਂ ਜਾਣੀ। ਵਾਹਿਗੁਰੂ, ਗੁਰੂ ਦੀ ਕਦਰ ਜਾਣਨਾ ਬਹੁਤ ਵੱਡੀ ਗੱਲ ਆ। ਗੁਰੂ ਦੀ ਕਦਰ ਜਾਣ ਲੈਣੀ ਕਿ ਗੁਰੂ ਮੇਰਾ ਬੇਅੰਤ ਆ, ਬੇਅੰਤ ਗੁਣ ਤੇਰੇ, ਕੇਤਕ ਗਾਵਾਂ ਰਾਮ। ਗੁਰੂ ਸਾਹਿਬ ਦੀ ਕਦਰ ਜਾਣ ਲੈਣੀ ਬਹੁਤ ਵੱਡਾ ਗੁਣ ਆ ਇੱਕ। ਗੁਰੂ ਸਾਹਿਬ ਦੀ ਜਿਹੜੀ ਰਹਿਮਤ ਆ, ਉਹਦੇ ਦੁਆਰਾ ਹੀ ਉਹਦੀ ਕਦਰ ਦੀ ਪਛਾਣ ਹੁੰਦੀ ਹੈ, ਉਹਦੀ ਕਦਰ ਆਪਾਂ ਕਰਦੇ ਹਾਂ। ਨਾ ਤਾਂ ਕੋਈ ਗਿਆਨ ਹੈ ਮੈਨੂੰ, ਨਾ ਕੋਈ ਧਿਆਨ ਹੈ, ਨਾ ਹੀ ਕੋਈ ਕਰਮਾਂ ਦੀ ਸੂਝ ਆ, ਨਾ ਹੀ ਮੈਂ ਤੇਰੀ ਕਦਰ ਜਾਣੀ। ਇੰਨਾ ਕੁਝ ਇਕੱਠਾ ਬੰਦੇ ਦੇ ਅੰਦਰ ਹੋ ਗਿਆ। ਜਿਵੇਂ ਹੌਲੀ ਹੌਲੀ ਇਨਸਾਨ ਦੇ ਅੰਦਰ ਬਹੁਤ ਕੁਝ ਇਕੱਠਾ ਹੁੰਦਾ ਰਹਿੰਦਾ, ਪਰ ਇੱਕਦਮ ਅਸੀਂ ਕਹਿੰਦੇ ਇਹ ਕੀ ਹੋ ਗਿਆ, ਪਰ ਹੌਲੀ ਹੌਲੀ ਇਕੱਠੀਆਂ ਹੁੰਦੀਆਂ ਚੀਜ਼ਾਂ। ਤਾਂ ਮੈਨੂੰ ਗਿਆਨ ਵੀ ਕੋਈ ਨਹੀਂ, ਮੈਨੂੰ ਧਿਆਨ ਵੀ ਕੋਈ ਨਹੀਂ,
ਕਰਮਾਂ ਦੀ ਸੂਝ ਵੀ ਕੋਈ ਨਹੀਂ, ਮੈਂ ਤੇਰੀ ਸਾਰ ਨਹੀਂ ਜਾਣੀ। ਗੁਰੂ ਨਾਨਕ ਸਾਹਿਬ ਜੀ ਦੁਨੀਆ ਨੂੰ ਤਾਰਦੇ ਹੋਏ ਤਲੰਬਾ ਨਗਰ ਦੇ ਵਿੱਚ ਪਹੁੰਚਦੇ ਆ। ਉੱਥੇ ਰਹਿਣ ਵਾਲਾ ਹੀ ਇੱਕ ਇਸ ਤਰ੍ਹਾਂ ਦਾ ਮਨੁੱਖ, ਨਾਮ ਉਹਦਾ ਸੇਖ ਸੱਜਣ ਆਇਆ ਇਤਿਹਾਸ ਵਿੱਚ, ਜਿਹਨੂੰ ਸੱਜਣ ਠੱਗ ਵੀ ਕਹਿੰਦੇ ਨੇ। ਤਲੰਬਾ ਨਗਰ ਦੇ ਵਿੱਚ ਪਹੁੰਚੇ ਗੁਰੂ ਨਾਨਕ ਜੀ। ਇਹਨੇ ਵੀ ਇਹੀ ਚੀਜ਼ਾਂ ਕੀਤੀਆਂ ਸੀ। ਇੱਕ ਬਹੁਤ ਵੱਡਾ ਧਰਮਸਾਲ ਆਪਣੇ ਅਨੁਸਾਰ ਬਣਾਈ ਸੀ, ਜਿਹਦੇ ਵਿੱਚ ਇੱਕ ਮੰਦਿਰ ਸੀ, ਇੱਕ ਮਸੀਤ ਸੀ। ਆਉਣ ਜਾਣ ਵਾਲੇ ਲੋਕਾਂ ਨੂੰ ਕਹਿੰਦਾ ਸੀ, ਆਓ ਇੱਥੇ ਰਾਤ ਕੱਟੋ, ਸਭ ਕੁਝ ਤੁਹਾਨੂੰ ਮਿਲੇਗਾ ਮੁਫਤ। ਜਦੋਂ ਆਉਂਦੇ ਨੇ ਰਾਤ ਨੂੰ ਸੌਂ ਜਾਂਦੇ ਨੇ। ਇਹਨੇ ਇੱਕ ਸੁਰੰਗ ਬਣਾਈ ਸੀ, ਖੂਹ ਸੀ ਉਹਦੇ ਥੱਲੇ, ਮਾਰ ਕੇ ਉਹਨਾਂ ਲੋਕਾਂ ਨੂੰ ਖੂਹ 'ਚ ਸੁੱਟ ਦਿੰਦਾ ਸੀ ਤੇ ਉਹਨਾਂ ਦੇ ਪੈਸੇ ਵਗੈਰਾ ਲੁੱਟ ਲੈਂਦਾ ਸੀ। ਨਾਮ ਪਰੇ ਦਾ ਸੱਜਣ ਸੀ। ਗੁਰੂ ਨਾਨਕ ਸਾਹਿਬ ਜੀ ਤਲੰਬਾ ਨਗਰ ਜਾਂਦੇ ਆ। ਇਹਦੇ ਹੀ ਧਰਮਸ਼ਾਲਾ ਜਿਹੜੀ ਬਣਾਈ ਆ, ਉੱਥੇ ਜਾਂਦੇ ਆ। ਇਹ ਉਸ ਦਿਨ ਕਹਿੰਦਾ ਹੈ ਕਿ ਇਹ ਕੋਈ ਅਮੀਰ ਹੈ ਬਹੁਤ ਜ਼ਿਆਦਾ, ਇਹਨੇ ਫਕੀਰੀ ਧਾਰਨ ਕੀਤੀ ਆ ਤੇ ਇਹਦੇ ਕੋਲ ਜ਼ਰੂਰ ਬਹੁਤ ਪੈਸੇ ਹੋਣਗੇ। ਰਾਤ ਨੂੰ ਜਦੋਂ ਸੌਂਗਾ ਮੈਂ ਲੁੱਟ ਲਵਾਂਗਾ। ਗੁਰੂ ਨਾਨਕ ਸਾਹਿਬ ਜੀ ਉਸ ਰਾਤ ਸੌਂਦੇ ਹੀ ਨਹੀਂ। ਸੱਜਣ ਵਾਰ-ਵਾਰ ਆ ਕੇ ਕਹਿੰਦਾ ਹੈ ਕਿ ਫਕੀਰ ਜੀ, ਮੈਂ ਬਹੁਤ ਸੋਹਣਾ ਪਲੰਘ ਲਵਾ ਦਿੱਤਾ, ਮੈਂ ਬਹੁਤ ਸੋਹਣਾ ਆਸਣ ਲਵਾ ਦਿੱਤਾ, ਆਪ ਜੀ ਸੌਂਦੇ ਕਿਉਂ ਨਹੀਂ ਹੋ? ਆਪ ਜੀ ਨੂੰ ਸੌਂ ਜਾਣਾ ਚਾਹੀਦਾ। ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਅਸੀਂ ਸੌਵਾਂਗੇ ਜ਼ਰੂਰ, ਪਰ ਪਹਿਲਾਂ ਆਪਾਂ ਸ਼ਬਦ ਪੜ੍ਹ ਲਈਏ ਇੱਕ। ਜੋ ਵਾਹਿਗੁਰੂ ਪਰਮੇਸ਼ਰ ਦੇ ਪਿਆਰ ਵਿੱਚ ਆ ਕੇ ਇੱਕ ਸ਼ਬਦ ਪੜ੍ਹੀਏ। ਤੁਸੀਂ ਵੀ ਬਹਿ ਜਾਓ, ਆਪਾਂ ਸ਼ਬਦ ਪੜ੍ਹਦੇ ਹਾਂ। ਉੱਥੇ ਫਿਰ ਗੁਰੂ ਨਾਨਕ ਸਾਹਿਬ ਜੀ ਪੜ੍ਹਦੇ ਆ ਸੂਹੀ ਰਾਗ ਦੇ ਵਿੱਚ ਹੀ। ਉਜਲ ਕਹਿਆ ਚਿਲਕਣਾ, ਘੋਟਮ ਕਾਲੜੀ ਮਸ, ਤੋਤਿਆਂ ਝੂਠ ਨਾ ਉਤਰੈ, ਜੇ ਸੋ ਧੋਵਾਂ ਤਿਸ, ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚੱਲਨ, ਘੁੱਟ ਘੁੱਟ ਜੀਆਂ ਖਾਵਣੇ ਬੱਗੇ ਨਾ ਕਹੀ ਅੰਨ, ਸਿਮਲ ਰੁੱਖ ਸਰੀਰ ਮੈਂ ਮੈਜਨ ਦੇਖ ਭਲਨ। ਕਈ ਬੰਦੇ ਗੁਰੂ ਬਾਬਾ ਜੀ ਨੇ ਆਖਿਆ, ਇਹਦੇ ਅਰਥ ਸੀਗੇ ਸ਼ਬਦ ਦੇ ਕਿ ਸੱਜਣ ਇਸ ਤਰ੍ਹਾਂ ਦੇ ਹੁੰਦੇ ਆ, ਉਹ ਨਾ ਸਿਮਲ ਦੇ ਰੁੱਖ ਵਰਗੇ ਹੁੰਦੇ ਆ। ਸਿਮਲ ਇੱਕ ਤਰ੍ਹਾਂ ਦਾ ਰੁੱਖ ਆ, ਟਰੀ ਆ, ਜਿਹਨੂੰ ਫਲ ਫਿੱਕੇ ਤੇ ਫੁੱਲ ਬਕ ਬਕੇ। ਫਲ ਫਿੱਕੇ ਇਸ ਤਰ੍ਹਾਂ ਉਹਨੂੰ ਜਿਹੜੇ ਫਲ ਲੱਗਦੇ ਆ ਬਕ ਬਕੇ ਹੁੰਦੇ ਆ, ਸਵਾਦ ਨਹੀਂ ਹੁੰਦੇ। ਉਹ ਪੰਛੀ ਤੋਤੇ ਸਾਰੇ ਇਹ ਚਿੜੀਆਂ ਵਗੈਰਾ ਆਉਂਦੀਆਂ ਨੇ। ਇੱਥੋਂ ਤੱਕ ਵੀ ਮੰਨਿਆ ਜਾਂਦਾ ਕਿ ਤੋਤਾ ਜਦੋਂ ਆਉਂਦਾ ਉਹਨੂੰ ਟੁੱਕਦਾ ਉਹਦੇ ਫਲ ਨੂੰ, ਉਹਦੀ ਚੁੰਝ ਉਹਦੇ ਵਿੱਚ ਫਸ ਜਾਂਦੀ ਹੈ ਤੇ ਉਹ ਜਦੋਂ ਪਛਤਾਉਂਦਾ ਬਹੁਤ ਆ ਕਿ ਏਡਾ ਵੱਡਾ ਰੁੱਖ ਸੀਗਾ, ਮੈਂ ਇਹਦੇ ਕੋਲ ਆਸ ਲੈ ਕੇ ਆਇਆ ਸੀਗਾ, ਨਾ ਤਾਂ ਇਹ ਛਾਂ ਦਿੰਦਾ ਹੈ ਤੇ ਨਾ ਹੀ ਇਹਦੇ ਜਿਹੜੇ ਫਲ ਕਿਸੇ ਕੰਮ ਆਉਂਦੇ। ਏਡਾ ਵੱਡਾ ਰੁੱਖ ਹੋਣ ਦੇ ਬਾਵਜੂਦ ਵੀ ਇਹਦੇ ਫਲ ਜਿਹੜੇ ਆ ਫਿੱਕੇ ਆ। ਫਲ ਫਿੱਕੇ ਫੁੱਲ ਬਕ ਬਕੇ, ਕੰਮ ਨਾ ਆਵੇ ਪੱਤ, ਕਿਸੇ ਵੀ ਕੰਮ ਨਹੀਂ ਆ ਰਹੇ। ਤਾਂ ਤੋਤਾ ਉਹਨੂੰ ਲਾਹਨਤਾਂ ਪਾਉਂਦਾ, ਚਿੜੀਆਂ ਉਹਨੂੰ ਕਹਿੰਦੀਆਂ ਨੇ ਏਡਾ ਵੱਡਾ ਰੁੱਖ ਆ, ਫਲ ਇਹਦੇ ਫਿੱਕੇ। ਤਾਂ ਗੁਰੂ ਸਾਹਿਬ ਜੀ ਕਹਿਣ ਲੱਗੇ, ਸੱਜਣ ਤੂੰ ਵੀ ਬਹੁਤ ਵੱਡਾ ਸ਼ਾਹ ਆ, ਸੇਖ ਆ, ਪਰ ਤੂੰ ਵੀ ਸਿਮਲ ਰੁੱਖ ਵਰਗਾ ਹੀ ਆ। ਤੂੰ ਕੰਮ ਕਿਸੇ ਦੇ ਕੋਈ ਨਹੀਂ ਆਉਂਦਾ, ਸਗੋਂ ਲੋਕਾਂ ਨੂੰ ਇੱਦਾਂ ਭਰਮਾ ਕੇ ਰਾਤ ਕਟਾਉਣਾ। ਆਪਦੀ ਧਰਮਸਾਲ ਜਿਹੜੀ ਬਣਾਈ ਆ, ਜਦੋਂ ਸੌਂ ਜਾਂਦੇ ਉਹਨਾਂ ਨੂੰ ਮਾਰ ਕੇ ਖੂਹ ਬਣਾਇਆ ਸੀ, ਉਹਦੇ ਵਿੱਚ ਉਹਨਾਂ ਦੀਆਂ ਲਾਸ਼ਾਂ ਸੁੱਟ ਦਿੰਨਾ, ਉਹਨਾਂ ਦਾ ਸਭ ਕੁਝ ਲੁੱਟ ਲੈਣਾ। ਇਹ ਤੂੰ ਵੀ ਇੱਕ ਸਿਮਲ ਦਾ ਰੁੱਖ ਹੀ ਆ। ਲੋਕ ਤੈਨੂੰ ਚੰਗਾ ਸਮਝ ਕੇ ਤੇਰੇ ਚਿੱਟੇ ਕੱਪੜੇ ਪਾਏ ਦੇਖ ਕੇ ਆਉਂਦੇ ਆ। ਸਿਮਲ ਰੁੱਖ ਸਰੀਰ ਮੈਂ ਮੈਜਨ ਦੇਖ ਭੁਲਨ, ਘੁੱਟ ਘੁੱਟ ਜੀਆਂ ਖਾਵਣੇ ਬੱਗੇ ਨਾ ਕਹੀ ਅੰਨ। ਤੂੰ ਉਹ ਬਗਲਾ ਹੈ ਜਿਹੜਾ ਕਿ ਬਿਲਕੁਲ ਚਿੱਟੇ ਰੰਗ ਦਾ ਤਾਂ ਹੁੰਦਾ ਵਾ, ਪਰ ਉਹ ਘੁੱਟ ਘੁੱਟ ਜੀਆਂ ਨੂੰ ਖਾਂਦਾ, ਜਲ ਜੀਆਂ ਨੂੰ ਘੁੱਟ ਘੁੱਟ ਕੇ ਉਹਨਾਂ ਨੂੰ ਮਾਰ ਕੇ ਨਿਗਲ ਜਾਂਦਾ। ਤੂੰ ਵੀ ਉਹੀ ਆ। ਸੱਜਣ ਨੇ ਸੁਣਿਆ ਤੇ ਬੜੀ ਚੋਟ ਪਹੁੰਚੀ। ਸ਼ਬਦ ਸੁਣ ਕੇ ਬਦਲ ਗਿਆ, ਪੈਰੀਂ ਪੈ ਗਿਆ। ਤਲੰਬਾ ਨਗਰ ਦੀ ਇਹ ਗੱਲ ਆ। ਉੱਥੇ ਗੁਰੂ ਸਾਹਿਬ ਜੀ ਦੇ ਚਰਣੀ ਪਿਆ। ਭਾਈ ਵੀਰ ਸਿੰਘ ਜੀ ਕਹਿੰਦੇ, ਪੁੱਛਣ ਲੱਗਾ, ਜੀ ਇਹ ਸਭ ਕੁਝ ਕਿਵੇਂ ਮਾਫ ਹੋਊਗਾ? ਗੁਰੂ ਸਾਹਿਬ ਜੀ ਕਹਿੰਦੇ, ਪਹਿਲਾਂ ਕਬੂਲ ਕਰ ਕਿ ਮੈਂ ਗਲਤੀਆਂ ਕੀਤੀਆਂ ਨੇ,
ਪਹਿਲਾਂ ਮੰਨੇ ਗੱਲ ਨੂੰ, ਮੈਂ ਭੁੱਲਣਹਾਰ ਹਾਂ। ਉਹ ਕਈ ਵਾਰ ਬੰਦਾ ਆਪਦੀਆਂ ਗਲਤੀਆਂ ਜਦੋਂ ਮੰਨਦਾ ਨਹੀਂ, ਉਹ ਕਦੇ ਬਦਲ ਨਹੀਂ ਸਕਦਾ। ਜਿਹੜਾ ਇਨਸਾਨ ਕਦੇ ਵੀ ਇਹ ਕਹਿੰਦਾ ਨਹੀਂ ਕਿ ਮੈਥੋਂ ਗਲਤੀ ਹੋ ਗਈ, ਮੈਂ ਹਉਮੈ 'ਚ ਕਰ ਬੈਠਾ, ਉਹ ਕਦੇ ਵੀ ਨਹੀਂ ਬਦਲ ਸਕਦਾ। ਸਭ ਤੋਂ ਪਹਿਲਾਂ ਤੁਹਾਨੂੰ ਗਲਤੀ ਮੰਨਣ ਦਾ ਜਿਗਰਾ ਬੰਦੇ ਅੰਦਰ ਹੋਣਾ ਚਾਹੀਦਾ। ਜੇ ਹੋ ਗਈ ਉਦੋਂ ਵੀ ਹਾਂ ਮੈਂ ਗਲਤ ਹਾਂ ਇੱਥੇ, ਇਹ ਬਹੁਤ ਵੱਡਾ ਗੁਣ ਆ। ਗੁਰੂ ਸਾਹਿਬ ਜੀ ਕਹਿੰਦੇ ਪਹਿਲਾਂ ਸਵੀਕਾਰ ਕਰ। ਉਹਨੇ ਆਖਿਆ ਬਿਲਕੁਲ ਗੁਰੂ ਜੀ, ਮੈਂ ਇੱਕ ਖੂਹ ਬਣਾਇਆ ਹੋਇਆ ਜੋ ਥੱਲੇ ਸੁਰੰਗ ਦੇ ਵਿੱਚ ਜਾ ਕੇ, ਰਾਤ ਨੂੰ ਜਦੋਂ ਲੋਕ ਆਉਂਦੇ ਆ, ਮੈਂ ਬਹੁਤ ਲੋਕਾਂ ਨੂੰ ਪਹਿਲਾਂ ਰੋਟੀ ਖਵਾਈ। ਰੋਟੀ ਖਾਣ ਬਾਅਦ ਜਦੋਂ ਸੌਂ ਗਏ ਰਾਤ ਨੂੰ, ਮੈਂ ਉਹਨਾਂ ਨੂੰ ਮਾਰ ਕੇ ਉਹਨਾਂ ਨੂੰ ਸੁੱਟਤਾ ਖੂਹ 'ਚ, ਤੇ ਉਹਨਾਂ ਦੇ ਪੈਸੇ ਲੁੱਟ ਲਏ ਆ, ਸਭ ਕੁਝ ਉਹਨਾਂ ਦਾ ਹੀ ਆ। ਇਸ ਤਰ੍ਹਾਂ ਮੇਰੀ ਚਾਲ ਆ। ਗੁਰੂ ਸਾਹਿਬ ਜੀ ਕਹਿੰਦੇ ਫਿਰ ਤੈਨੂੰ ਪਛਾਣ ਆ ਜਿਨ੍ਹਾਂ ਦੀ ਕਿ ਇਹ ਉਹ ਪਰਿਵਾਰ ਦੇ ਮੈਂਬਰ ਆ, ਉਹਨਾਂ ਨੂੰ ਵਾਪਸ ਕਰ ਦੇ ਧਨ। ਇਸ ਤਰ੍ਹਾਂ ਫਿਰ ਕੁਝ ਲੋਕਾਂ ਦੀ ਇਹਨੂੰ ਪਛਾਣ ਸੀ, ਇਹਨੇ ਵਾਪਸ ਕੀਤਾ। ਗੁਰੂ ਸਾਹਿਬ ਜੀ ਕਹਿੰਦੇ ਪੁਰਾਣਾ ਜੋ ਬਣਿਆ ਢਾਹ ਦੇ, ਸਭ ਕੁਝ ਢਾਹ। ਇਹ ਪੈਸੇ ਨਾਲ ਬਣਿਆ ਸਭ ਕੁਝ ਢਾਹ ਕੇ ਨਵੇਂ ਸਿਰਿਓਂ ਇੱਕ ਧਰਮਸਾਲ ਬਣਾਈ। ਉੱਤੇ ਧਰਮਸਾਲ ਉਹਨੇ ਵੀ ਬਣਾਈ ਸੀਗੀ, ਸੱਜਣ ਨੇ। ਧਰਮਸਾਲ ਬਾਬੇ ਨੇ ਵੀ ਬਣਾਈ ਸੀ। ਉਹਦੇ ਵਿੱਚ ਫਰਕ ਬਹੁਤ ਸੀ। ਪਹਿਲਾਂ ਸੱਜਣ ਜਿਹੜੀ ਧਰਮਸਾਲ 'ਚ ਬਹਿੰਦਾ ਸੀ, ਚਿੱਟੇ ਕੱਪੜੇ ਪਾ ਕੇ, ਉਹ ਬਾਹਰੋਂ ਚਿੱਟਾ ਸੀਗਾ, ਬਗਲਾ ਸੀਗਾ, ਕੰਮ ਉਹਦੇ ਜਿਹੜੇ ਸੀ ਬਗਲੇ ਜੈਸੇ ਸੀਗੇ। ਫਿਰ ਬਾਅਦ ਵਿੱਚ ਜਿਹੜਾ ਉਹ ਬਣਿਆ ਹੰਸ ਬਣ ਗਿਆ ਸੱਜਣ। ਇੱਕ ਸ਼ਬਦ ਉਹਨੇ ਸੂਹੀ ਰਾਗ 'ਚ ਸੁਣਿਆ। ਅੱਜ ਦਾ ਹੁਕਮਨਾਮਾ ਵੀ ਇਸੇ ਰਾਗ 'ਚ ਹੀ ਆ। ਸੂਹੀ ਰਾਗ ਵਿੱਚ ਉਜਲ ਕਹਿਹਾ ਚਿਲਕਣਾ, ਕੋਟਮ ਕਾਲੜੀ ਮਸ, ਤੋਤਿਆਂ ਝੂਠ ਨਾ ਉਤਰੈ, ਜੇ ਸੋ ਧੂਮਾ ਤਿਸ, ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚੱਲਾਂ। ਸੱਜਣ ਇਸ ਕਰਕੇ ਤੂੰ ਸੱਜਣ ਬਣ ਜਾ, ਬਸ ਇੰਨਾ ਹੀ ਮਹਾਰਾਜ ਨੇ ਆਖਿਆ। ਨਾਮ ਸੱਜਣ ਰੱਖਣ ਨਾਲ ਕੋਈ ਸੱਜਣ ਨਹੀਂ ਹੋ ਜਾਂਦਾ। ਕੋਈ ਮੈਂ ਚੰਗਾ ਹਾਂ ਐਵੇਂ ਕਹਿਣ ਨਾਲ ਕੋਈ ਚੰਗਾ ਨਹੀਂ ਹੋ ਜਾਂਦਾ। ਮੈਂ ਪੁੰਨੀ ਬਹੁਤ ਹਾਂ, ਮੈਂ ਪੁੰਨ ਬਹੁਤ ਕਰਦਾ, ਐਵੇਂ ਤੁਸੀਂ ਪੁੰਨੀ ਨਹੀਂ ਹੋ ਜਾਂਦੇ। ਕਈ ਲੋਕ ਝੂਠੀ ਨਿਮਰਤਾ ਨਾਲ ਕਹਿ ਦਿੰਦੇ ਮੈਂ ਤਾਂ ਪਾਪੀ ਬੰਦਾ ਹਾਂ, ਐਵੇਂ ਤੁਸੀਂ ਪਾਪੀ ਨਹੀਂ ਹੋ ਜਾਂਦੇ। ਕਈ ਵਾਰ ਆਪਾਂ ਗੱਲਬਾਤ ਕਰਦੇ ਹਾਂ, ਆਪਾਂ ਕਹਿੰਦੇ ਮੈਂ ਤਾਂ ਬਹੁਤ ਪਾਪੀ ਹਾਂ। ਕਈ ਜਾਣ ਬੁੱਝ ਕੇ ਆਪਦੇ ਆਪ ਨੂੰ ਇੱਦਾਂ ਕਹਿੰਦੇ ਹੁੰਦੇ ਆ। ਉਵੇਂ ਤੁਸੀਂ ਪਾਪੀ ਨਹੀਂ ਬਣ ਸਕਦੇ। ਕਹਿਣ ਨਾ ਕੋਈ ਪੁੰਨੀ ਨਹੀਂ, ਕਹਿਣ ਨਾ ਕੋਈ ਪਾਪੀ ਨਹੀਂ, ਕਰਮ ਦੱਸਣਗੇ ਤੁਹਾਡੇ ਕਿ ਤੁਸੀਂ ਕੀ ਹੋ। ਗਿਆਨ ਧਿਆਨ ਕਿਛ ਕਰਮ ਨਾ ਜਾਣਾ। ਨਾ ਤਾਂ ਗੁਰੂ ਸਾਹਿਬ ਜੀ ਸਾਨੂੰ ਕੋਈ ਗਿਆਨ ਆ, ਨਾਮ ਨਾ ਪੁੱਛਿਓ ਸਾਡਾ, ਕਿਰਦਾਰ ਪੁੱਛੋ ਔਗਣ ਰੂਪ ਆ। ਜੇ ਕੋਈ ਸਾਡਾ ਨਾਮ ਪੁੱਛੇ, ਅਸੀਂ ਤਾਂ ਔਗਣਾ ਨਾ ਭਰੇ ਹੋਏ ਹਾਂ। ਸ਼ਹਿਰ ਨਾ ਪੁੱਛੋ, ਪਿੰਡ ਨਾ ਪੁੱਛੋ ਵੀ ਅਸੀਂ ਕਿੱਥੇ ਰਹਿੰਦੇ ਹਾਂ, ਕਿਉਂਕਿ ਸਾਡਾ ਮਨ ਪਰਦੇਸੀ ਆ, ਮਨ ਆਪਦੇ ਘਰ 'ਚ ਨਹੀਂ ਹੈਗਾ। ਤੇ ਜੇਕਰ ਕੋਈ ਜਾਤ ਪੁੱਛੇ ਵੀ ਤੁਹਾਡੀ ਜਾਤ ਕੀ ਆ, ਕਈ ਵਾਰ ਕਾਸਟ ਪੁੱਛਦੇ ਆ, ਫਿਰ ਗੁਰੂ ਸਾਹਿਬ ਜੀ ਕਹਿ ਦਿੰਦੇ ਆ ਕਿ ਮੈਂ ਤਾਂ ਕਮਜਾਤ ਹਾਂ, ਮੈਂ ਤਾਂ ਨੀਚ ਜਾਤੀ ਵਾਲਾ। ਕਮਜਾਤ ਕਹਿੰਦੇ ਆ ਨੀਚ ਜਾਤੀ। ਕਿਉਂ ਕਹਿੰਦੇ ਖਸਮ ਵਿਸਾਰੇ ਤੇ ਕਮਜਾਤ। ਮੈਂ ਉਹ ਵਾਹਿਗੁਰੂ ਨੂੰ ਇੱਥੇ ਖਸਮ ਸ਼ਬਦ ਵਰਤਦੇ ਆ ਕਿ ਉਹ ਸਾਰਿਆਂ ਦਾ ਪਤੀ ਆ, ਉਹ ਸਾਰਿਆਂ ਦਾ ਜੋ ਹਸਬੈਂਡ ਆ, ਉਹ ਖਸਮ ਵਾਹਿਗੁਰੂ, ਉਹਨੂੰ ਭੁਲਾ ਦਿੰਦਾ। ਇਸ ਕਰਕੇ ਕਹਿੰਦੇ ਮੇਰੀ ਜਾਤ ਨਾ ਪੁੱਛੋ, ਕਮਜਾਤ ਹਾਂ ਮੈਂ, ਨੀਚ ਜਾਤੀ ਵਾਲਾ, ਕਿਉਂਕਿ ਰੱਬ ਨੂੰ ਭੁਲਾ ਦਿੰਦਾ। ਫਿਰ ਕਹਿੰਦੇ ਕਿਰਤ ਨਾ ਪੁੱਛੋ ਸਾਡੀ, ਵੀ ਕੀ ਕੰਮ ਧੰਦਾ ਕੀ ਕਰਦੇ ਹੋ, ਖੇਤੀ ਕਰਦੇ ਹੋ, ਦੁਕਾਨ ਆ ਤੁਹਾਡੀ, ਜਾਂ ਚੰਗੇ ਤੁਸੀਂ ਅਹੁਦੇ 'ਤੇ ਹੋ ਤਾਂ ਤੁਸੀਂ, ਫਿਰ ਉਹ ਕਹਿੰਦੇ ਅਕਿਰਤ ਕਣ, ਕਿਰਤ ਨਾ ਪੁੱਛੋ ਵੀ ਤਾਂ ਆਪਾਂ ਖੇਤੀਬਾੜੀ ਕਰਦੇ ਹਾਂ। ਕਈ ਕਹਿੰਦੇ ਅਸੀਂ ਦੁਕਾਨ ਕਰਦੇ ਹਾਂ, ਤਾਂ ਗੁਰੂ ਸਾਹਿਬ ਕਹਿੰਦੇ ਉਹ ਬੰਦੇ ਫਿਰ ਉਹ ਕਹਿੰਦੇ ਜਿਹੜੇ ਨੀਵੇਂ ਹੋ ਗਏ, ਵੀ ਕਹਿੰਦੇ ਅਸੀਂ ਅਕਿਰਤ ਕਣ ਆ, ਹੁਣ ਭੁੱਲ ਜਾਂਦੇ ਹਾਂ ਵਾਹਿਗੁਰੂ ਨੂੰ। ਅਸੀਂ ਸਾਰੀਆਂ ਚੀਜ਼ਾਂ ਇਹਦੇ ਨਾਲ ਜੁੜੀਆਂ ਨੇ, ਤਾਂ ਉਹਨੂੰ ਆਪਾਂ ਗਿਣੀਏ ਵੀ ਕਿਵੇਂ ਆਪਾਂ ਅਕਿਰਤ ਕਣ ਆ। ਗਿਆਨ, ਕੋਈ ਮੈਨੂੰ ਗਿਆਨ ਨਹੀਂ, ਮੈਨੂੰ ਪਤਾ ਹੀ ਨਹੀਂ ਹੈਗਾ। ਰੱਸੀ ਤੇ ਸੱਪ 'ਚ ਮੈਨੂੰ ਫਰਕ ਨਹੀਂ ਪਤਾ। ਰੱਸੀ ਨੂੰ ਸੱਪ, ਸੱਪ ਨੂੰ ਰੱਸੀ ਮੈਂ ਕਹਿ ਦਿੰਦਾ। ਕੌੜੀਆਂ ਚੀਜ਼ਾਂ ਨੂੰ ਮਿੱਠੀਆਂ, ਮਿੱਠੀਆਂ ਨੂੰ ਕੌੜੀਆਂ ਕਹਿਣਾ। ਮਿੱਠੇ ਕੋ ਕੌੜਾ ਕਹਿ, ਕੜੂਏ ਕੋ ਮਿੱਠਾ। ਸੱਚ ਬਹੁਤ ਮਿੱਠਾ ਹੁੰਦਾ, ਬਾਣੀ ਸੱਚ ਆ, ਬਾਣੀ ਬਹੁਤ ਮਿੱਠੀ ਹੈ। ਆਪਾਂ ਕਈ ਵਾਰੀ ਕਹੀ ਜਾਂਦੇ ਹੁੰਦੇ ਸੱਚ ਬਹੁਤ ਕੌੜਾ। ਸੱਚ ਨਹੀਂ ਕੌੜਾ, ਸਾਡੀ ਸਮਝ ਨੂੰ ਲੱਗਦਾ ਵੀ ਉਹ ਕੌੜਾ। ਗਿਆਨ ਨਹੀਂ ਨਾ ਕੋਈ। ਅੱਗੇ ਆ ਧਿਆਨ, ਇਹ ਲਗਭਗ ਸਾਰਿਆਂ ਨੂੰ ਕੰਠ ਆ ਪੰਗਤੀ। ਗਿਆਨ ਧਿਆਨ ਕਿਛ ਕਰਮ ਨਾ ਜਾਣਾ। ਮੈਨੂੰ ਧਿਆਨ ਵੀ ਮੇਰਾ ਲੱਗਦਾ ਹੀ ਨਹੀਂ ਹੈਗਾ। ਜਿਵੇਂ ਇੱਕ ਫਕੀਰ ਕਹਿੰਦਾ, ਜਦੋਂ ਮੈਂ ਮਾਲਾ ਫੜ ਕੇ ਬਹਿਨਾ, ਵਾਹਿਗੁਰੂ ਅੱਲਾ ਜੀ, ਉਦੋਂ ਮੈਨੂੰ ਘਰ ਦੇ ਯਾਦ ਆਉਂਦੇ ਆ, ਪਰਿਵਾਰ ਦੇ ਮੈਂਬਰ ਯਾਦ ਆਉਂਦੇ ਆ, ਤੂੰ ਨਹੀਂ ਮੈਨੂੰ ਯਾਦ ਆਉਂਦਾ।
ਮੈਂ ਕੁਰਾਨ ਸ਼ਰੀਫ ਖੋਲ੍ਹ ਤਾਂ ਲੈਣਾ, ਪਰ ਉਦੋਂ ਤੇਰੀ ਯਾਦ ਹੀ ਨਹੀਂ ਆਉਂਦੀ। ਉਦੋਂ ਸਾਰੀਆਂ ਮੁਸ਼ਕਿਲਾਂ ਹੀ ਉਦੋਂ ਯਾਦ ਆਉਂਦੀਆਂ ਜਦੋਂ ਮੈਂ ਗੁਟਕਾ ਸਾਹਿਬ ਲੈ ਕੇ ਬਹਿਨਾ, ਧਿਆਨ ਮੇਰਾ ਨਹੀਂ ਲੱਗਦਾ। ਗਿਆਨ ਧਿਆਨ ਅੱਗੇ ਕਿਛ ਕਰਮ ਨਾ ਜਾਣਾ। ਮੈਨੂੰ ਕੋਈ ਵੀ ਕਰਮਾਂ ਦੀ ਪਛਾਣ ਨਹੀਂ ਹੈਗੀ ਵੀ ਚੰਗੇ ਕਰਮ ਕਿਹੜੇ ਆ, ਮਾੜੇ ਕਰਮ ਕਿਹੜੇ ਆ। ਭਾਈ ਵੀਰ ਸਿੰਘ ਜੀ ਦੀ ਇੱਕ ਬਹੁਤ ਸੋਹਣਾ ਬਚਨ ਆ, ਉਹਨਾਂ ਦਾ ਮੈਂ ਜ਼ਰੂਰ ਕਹੂੰਗਾ। ਉਹ ਕਹਿੰਦੇ ਕਥਾ ਸੁਣਨੀ ਕਿਸੇ ਵੀ ਗੁਰਸਿੱਖ ਦੀ ਹੋਵੇ, ਕਥਾ ਸੁਣਨੀ, ਕੀਰਤਨ ਸੁਣਨਾ। ਜਿਹੜੇ ਵਧੀਆ ਰਾਗੀ ਆ ਬਹੁਤ ਸੋਹਣਾ ਕੀਰਤਨ ਕਰਦੇ ਆ, ਰਾਗਾਂ ਦੇ ਵਿੱਚ ਜਾਂ ਲਾਈਟ ਕੀਰਤਨ ਕਰਦੇ ਆ, ਰੀਤਾਂ ਦੇ ਵਿੱਚ ਕਰਦੇ ਆ। ਰਾਗ ਤੇ ਰੀਤ ਇਹ ਹਰਿਮੰਦਰ ਸਾਹਿਬ ਦੀ ਮਰਿਆਦਾ, ਜਾਂ ਰਾਗ 'ਚ ਕੀਰਤਨ ਹੋਊਗਾ ਜਾਂ ਰੀਤ ਵਿੱਚ ਕੀਰਤਨ ਹੋਊਗਾ। ਜਿਹੜੇ ਇਹ ਵਾਲਾ ਕੀਰਤਨ ਸੁਣਦੇ ਆ, ਇਹ ਇਉਂ ਆ ਜਿਵੇਂ ਸਾਈਂ ਦੇ ਦਰ 'ਤੇ ਬਹਿਣਾ। ਕਥਾ ਸੁਣਨੀ ਤੇ ਕੀਰਤਨ ਸੁਣਨਾ ਇਉਂ ਆ ਜਿਵੇਂ ਰੱਬ ਦੇ ਬੂਹੇ 'ਤੇ ਬਹਿਣਾ, ਦਰਵਾਜ਼ੇ 'ਤੇ ਬਹਿ ਜਾਣਾ। ਉਹ ਕਹਿੰਦੇ ਦਰਵਾਜ਼ੇ 'ਤੇ ਬਹਿਣ ਵਾਲੇ ਹੀ ਅੰਦਰ ਜਾਂਦੇ ਹੁੰਦੇ ਆ। ਜਿਹੜੇ ਬੰਦੇ ਨੂੰ ਦਰਵਾਜ਼ੇ ਦਾ ਨਹੀਂ ਪਤਾ ਉਹ ਘਰ 'ਚ ਦਾਖਲ ਨਹੀਂ ਹੋ ਸਕਦਾ। ਤਾਂ ਕਥਾ ਤੇ ਕੀਰਤਨ ਸੁਣਨਾ ਇਹ ਰੱਬ ਦੇ ਦਰਵਾਜ਼ੇ 'ਤੇ ਬਹਿਣ ਵਾਂਗ ਹੈ। ਇਹਨਾਂ ਨੂੰ ਸੁਣ ਕੇ ਇਹਨਾਂ 'ਤੇ ਅਮਲ ਕਮਾਉਣਾ ਉਹ ਦਰਵਾਜ਼ੇ ਦੇ ਅੰਦਰ ਲੰਘਣ ਵਾਂਗ ਹੈ। ਭਾਈ ਸਾਹਿਬ ਭਾਈ ਵੀਰ ਸਿੰਘ ਜੀ, ਪਰ ਮੈਨੂੰ ਇਹਨਾਂ ਚੀਜ਼ਾਂ ਦੀ ਵਾਹਿਗੁਰੂ ਸਮਝ ਨਹੀਂ, ਸਾਰ ਨਾ ਜਾਣ। ਤੇਰੀ ਅਖੀਰਲੀ ਪੰਕਤੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ, ਹੇ ਵਾਹਿਗੁਰੂ ਪਰਮੇਸ਼ਰ ਜੀ। ਸਾਰਿਆਂ ਤੋਂ ਵੱਡੇ ਕੌਣ ਆ? ਸਾਰਿਆਂ ਤੋਂ ਵੱਡੇ ਸਤਿਗੁਰੂ ਨਾਨਕ ਜੀ ਹਨ। ਉੱਚਿਆਂ ਦੇ ਉੱਚੇ ਸੋਹਣਿਆਂ ਦੇ ਸੁਲਤਾਨ ਨੇ। ਜਿਨ ਕਲ ਰਾਖੀ ਮੇਰੀ, ਜਿਨ੍ਹਾਂ ਨੇ ਮੇਰੇ ਵਰਗੇ ਬੰਦੇ ਦੀ ਇਹ ਯੁੱਗ ਦੇ ਵਿੱਚ, ਜਿਹਦੇ ਵਿੱਚ ਬਹੁਤ ਲੋਕ ਗਲਤ ਰਾਹ 'ਤੇ ਤੁਰੇ ਹੋਏ ਆ, ਤੇ ਮੇਰੇ 'ਤੇ ਕਿਰਪਾ ਕਰਕੇ ਮੈਨੂੰ ਰੱਖ ਲਿਆ। ਇਸ ਕਰਕੇ ਵਾਰ-ਵਾਰ ਉਹ ਕਹਿੰਦੇ ਆ, ਨਾਮ ਨਾ ਪੁੱਛੀ ਕਿਰਦਾਰ ਪੁੱਛੀ ਔਗਣ ਰੂਪ ਹਾਂ, ਸ਼ਹਿਰ ਨਾ ਪੁੱਛੀ ਆਪਣੇ ਘਰ ਅੰਦਰ ਨਹੀਂ ਆ, ਮਨ ਪਰਦੇਸੀ ਹੈ। ਜਾਤ ਨਾ ਪੁੱਛੀ ਕਿਉਂਕਿ ਖਸਮ ਨੂੰ ਵਿਸਾਰ ਦਿਨਾ, ਮਾਇਆ ਪਿੱਛੇ ਲੱਗ ਕੇ। ਤੇ ਕਿਰਤ ਨਾ ਪੁੱਛੀ ਅਕ੍ਰਿਤ ਘਾਣਾ, ਪੁੱਛਣਾ ਤਾਂ ਉਹਦੇ ਬਾਰੇ ਪੁੱਛ ਜਿਹਨੇ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਮੈਨੂੰ ਗਲ ਨਾ ਲਾ ਕੇ ਰੱਖਿਆ ਹੋਇਆ ਹੈ। ਅੱਜ ਦੇ ਦੀਵਾਨ 'ਚ ਇਤਨਾ ਹੀ। ਗੁਰੂ ਮਹਾਰਾਜ ਕਿਰਪਾ ਕਰਨ, ਕੀਤੀ ਵਿਚਾਰ ਹਿਰਦਿਆਂ 'ਚ ਵਸੇ, ਸ਼ਬਦਾਂ ਦੀ ਕਮਾਈ ਕਰਕੇ ਸੋਹਣੇ ਜੀਵਨ ਵਾਲੇ ਬਣੀਏ। ਬਸ ਇਹ ਸਮਝੀਏ, ਬਸ ਇਹ ਗੱਲ ਸ਼ਬਦ ਸਵਾਰਨਹਾਰ, ਬਸ ਇਹ ਸਭ ਤੋਂ ਵੱਡੀ ਚੀਜ਼ ਆ, ਸ਼ਬਦ ਸਵਾਰਨਹਾਰ। ਆਓ ਵਾਹਿਗੁਰੂ ਜੀ ਦਾ ਆਪਾਂ ਸ਼ਬਦ ਜਿਹੜਾ ਉਹਦਾ ਉਚਾਰਨ ਕਰੀਏ 1 ਮਿੰਟ, ਤੇ ਅਰਦਾਸ ਬੇਨਤੀ 'ਚ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿਰਦਾਸ